ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਬੀਮਾ ਪ੍ਰੇਮ ਦਾ ਇਸਤਾਲਾ ਤੇ ਅਨਮੋਲ ਮੋਤੀਆਂ ਦੀ ਵਰਖਾ। ਪੂਰਨਮਾਸ਼ੀ ਦਾ ਚੰਦਰਮਾ ਆਪਣੇ ਆਕਰਸ਼ਣ ਸ਼ਕਤੀ ਨਾਲ ਸਮੁੰਦਰ ਅਤੇ ਨਦੀਆਂ ਵਿੱਚ ਉਛਾਲ ਪੈਦਾ ਕਰਦਾ ਹੈ। ਇਸ ਤਰ੍ਹਾਂ ਪ੍ਰੇਮ ਦੀ ਨਦੀ ਉਛਲਦੀ ਹੋਈ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਖੁਸ਼ਕ ਅਤੇ ਬੰਜਰ ਭੂਮੀ ਨੂੰ ਸਿੰਜਦੀ ਅਤੇ ਉਪਜਾਊ ਬਣਾ ਦਿੰਦੀ ਹੈ। ਹਿਰਦੇ ਦੀ ਮੁਹਿੰਮ ਕਠੋਰਤਾ ਛੱਡ ਕੇ ਅਸੀਂ ਕੋਮਲ ਹੋ ਜਾਂਦੀ ਹੈ ਕਿ ਇਸ ਵਿੱਚ ਸ਼ਾਂਤੀ, ਆਨੰਦ, ਆਸਾ ਅਤੇ ਦੀਨਤਾ ਦੇ ਫੁੱਲ ਖਿੜਨ ਲੱਗਦੇ ਹਨ ਅਤੇ ਮਧੁਰਤਾ ਦੀ ਸੁਗੰਧੀ ਨਾਲ ਰੋਮ ਰੋਮ ਮਹਿਕਣ ਲੱਗਦਾ ਹੈ। ਇਹ ਉਛਾਲਾ ਪਾਪਾਂ ਦੀ ਸਭ ਮੈਲ ਧੋ ਦਿੰਦਾ ਹੈ, ਜਿਵੇਂ ਜਵਾਰ ਭਾਟਾ ਸਮੁੰਦਰ ਤੱਟ ਦਾ ਸਭ ਕੂੜਾ ਕਰਕਟ ਆਪਣੇ ਨਾਲ ਬਹਾ ਕੇ ਲੈ ਜਾਂਦਾ ਹੈ। ਜਦੋਂ ਤੱਕ ਜ਼ੋਰ ਦਾ ਉਛਾਲਾ ਨਾ ਹੋਵੇ ਤਦ ਤੱਕ ਮਨ ਦੀ ਥੱਲੇ ਦੀ ਤਹਿ ਵਿੱਚ ਕਈ ਤਰ੍ਹਾਂ ਦੇ ਪਾਪ ਅਤੇ ਬਕਾਰ ਮੌਜੂਦ ਰਹਿੰਦੇ ਹਨ, ਪਰ ਚੰਦ ਰੂਪੀ ਪ੍ਰੇਮ ਦਾ ਆਕਰਸ਼ਣ ਵੱਧ ਕੇ ਜ਼ੋਰ ਦਾ ਤੂਫਾਨ ਲਿਆਉਂਦਾ ਹੈ। ਇਸ ਨਾਲ ਸਾਰੇ ਰੋਗ ਅਤੇ ਤਾਪ ਬਹਿ ਜਾਂਦੇ ਹਨ। ਦਿਲ ਵਿੱਚ ਇੱਕ ਨਵੀਂ ਬਹਾਰ ਆ ਕੇ ਇੱਕ ਨਵਾਂ ਸੰਸਾਰ ਵਸਾਉਂਦੀ ਹੈ। ਉਹ ਤਾਂ ਆਪਣੇ ਨਾਮੀ ਦਾ ਦਰਸ਼ਨ ਕਰਨ ਵਿੱਚ ਮਸਤ ਹੋ ਜਾਂਦਾ ਹੈ। ਭਗਤੀ ਦਰਸ਼ਨ ਦੇ ਲਈ ਭਗਤੀ ਨਹੀਂ ਚਾਹੁੰਦੀ, ਉਸ ਨੂੰ ਤਾਂ ਪ੍ਰੇਮ ਚਾਹੀਦਾ ਹੈ। ਜੇਕਰ ਦਰਸ਼ਨ ਪ੍ਰੇਮ ਦਾ ਉਛਾਲਾ ਪੈਦਾ ਨਾ ਕਰੇ, ਭਾਵ ਦਰਸ਼ਨ ਹੋ ਕੇ ਅੱਖਾਂ ਸੁੱਕੀਆਂ ਰਹਿ ਜਾਣ, ਤਾਂ ਸਮਝ ਲਓ ਇਹ ਦਰਸ਼ਨ ਗਿਆਨ ਜਾਂ ਯੋਗ ਦਾ ਦਰਸ਼ਨ ਹੈ, ਭਗਤੀ ਦਾ ਨਹੀਂ। ਭਗਤੀ ਦਾ ਦਰਸ਼ਨ ਸਦਾ ਆਪਣੇ ਨਾਲ ਵਰਖਾ ਅਤੇ ਤੂਫਾਨ ਲਿਆਉਂਦਾ ਹੈ। ਜਿੰਨਾ ਪ੍ਰੇਮ ਉਨਾ ਹੀ ਆਨੰਦ। ਪ੍ਰੇਮ ਦੇ ਅਥਰੂ ਸੋਗ ਅਤੇ ਤਾਪ ਦੇ ਅਥਰੂ ਨਹੀਂ ਹੁੰਦੇ, ਸਗੋਂ ਆਨੰਦ ਦੇ ਮੋਤੀ ਹੁੰਦੇ ਹਨ। ਜ਼ੋਰ ਦੀ ਗਰਮੀ ਸਮੁੰਦਰ ਜਲ ਨੂੰ ਸਾਫ਼ ਬਣਾ ਕੇ ਬੱਦਲ ਪੈਦਾ ਕਰਦੀ ਹੈ। ਉਹੀ ਬੱਦਲ ਪਹਾੜਾਂ ਦੀ ਠੰਡੀ ਹਵਾ ਨੂੰ ਛੂੰਹਦੇ ਹੀ ਵਰਨ ਲੱਗਦੇ ਹਨ ਅਤੇ ਗਰਮੀ ਦੀ ਥਾਵੇਂ ਠੰਡ ਪੈਦਾ ਕਰਦੇ ਹਨ। ਇਸੇ ਤਰ੍ਹਾਂ ਦਿਲ ਦੇ ਸਮੁੰਦਰ ਤੋਂ ਵਿਆਕੁਲਤਾ ਦੀ ਗਰਮੀ ਨਾਲ ਬੱਦਲ ਬੁਖਾਰਾਂ ਤੋਂ ਉੱਠ ਕੇ ਉੱਚੇ ਭਗਤੀ ਦੇ ਪਹਾੜਾਂ ਤੋਂ ਆ ਕੇ ਪ੍ਰੇਮ ਦੀ ਠੰਡੀ ਹਵਾ ਨੂੰ ਛੂਹਣ ਨਾਲ ਅਥਰੂਆਂ ਦੀ ਵਰਖਾ ਲਿਆਉਂਦੇ ਹਨ ਅਤੇ ਸ਼ਾਂਤੀ ਅਤੇ ਤ੍ਰਿਪਤੀ ਪੈਦਾ ਕਰਦੇ ਹਨ। ਇਸ ਵਰਖਾ ਨਾਲ ਧਰਤੀ ਭਗਤੀ ਦੀ ਨਦੀ ਉਛਲਣ ਲੱਗਦੀ ਹੈ। ਜਿਸ ਤਰ੍ਹਾਂ ਸੂਰਜ ਦੀ ਕਿਰਨ ਬਰਫ਼ 'ਤੇ ਪੈ ਕੇ ਉਸ ਨੂੰ ਪਿਘਲਾਉਣਾ ਸ਼ੁਰੂ ਕਰ ਦਿੰਦੀ ਹੈ, ਉਸੇ ਤਰ੍ਹਾਂ ਭਗਵਾਨ ਦੀ ਸਦਾ ਜਾਗਰਤ ਪ੍ਰੇਮ ਦ੍ਰਿਸ਼ਟੀ ਪ੍ਰਾਪਤ ਹੋ ਕੇ ਦਿਲ ਦੀ ਕਠੋਰਤਾ ਗਲਣ ਲੱਗਦੀ ਹੈ। ਪ੍ਰੇਮਮਈ ਦੇ ਦਰਸ਼ਨ ਮਾਤਰ ਨਾਲ ਹੀ ਮਨ ਵਿੱਚ ਪ੍ਰੇਮ, ਸ਼ਾਂਤੀ ਅਤੇ ਆਨੰਦ ਦਾ ਜਨਮ ਹੁੰਦਾ ਹੈ। ਉਹ ਪ੍ਰੇਮ ਚੰਦਰਮਾ ਆਪਣੀਆਂ ਕਿਰਨਾਂ ਨਾਲ ਸਾਡੇ ਮਨ ਵਿੱਚ ਇੱਕ ਅਨੂਪ ਸ਼ਾਂਤੀ ਪੈਦਾ ਕਰਦਾ ਹੈ। ਦਿਲ ਦੀ ਕਠੋਰਤਾ ਜਾਂਦੀ ਰਹਿੰਦੀ ਹੈ ਅਤੇ ਅੱਖਾਂ ਬਿਨਾਂ ਚੇਸ਼ਟਾ ਠੰਡੀਆਂ ਅਤੇ ਤਰ ਹੋ ਜਾਂਦੀਆਂ ਹਨ। ਅੰਤ ਵਿੱਚ ਦਿਲ ਦੀ ਸਭ ਕਠੋਰਤਾ ਗਲ ਢਲ ਕੇ ਅੱਖਾਂ ਦੇ ਬੱਦਲਾਂ ਤੋਂ ਵਰਖਾ ਕਰਨ ਲੱਗਦੀਆਂ ਹਨ। ਇਸ ਵਰਖਾ ਦੇ ਜਲ ਦੀ ਅਜੀਬ ਤਾਸੀਰ ਪ੍ਰਭਾਵ ਹੁੰਦੀ ਹੈ। ਇਹ ਚਿੱਤ ਦੀ ਅਸ਼ਾਂਤੀ ਅਤੇ ਮੈਲ ਨੂੰ ਦੂਰ ਕਰਨ ਵਿੱਚ ਅਕਸੀਰ ਹੈ। ਪ੍ਰੇਮ ਇਸੇ ਹੀ ਜਲ ਨੂੰ ਪੀ ਕੇ ਹੁੰਦਾ ਹੈ, ਰਹਿੰਦਾ ਹੈ ਅਤੇ ਵੱਧਦਾ ਹੈ। ਪ੍ਰੇਮ ਹੰਸ ਅਥਰੂਆਂ ਦੇ ਮੋਤੀਆਂ 'ਤੇ ਜਿਉਂਦਾ ਹੈ। ਜਿੱਥੇ ਅਥਰੂ ਨੇ ਉੱਥੇ ਸਮਝ ਲਓ ਕਿ ਪ੍ਰੇਮ ਨਹੀਂ। ਜਿਸ ਦੀ ਅੱਖ ਬਰਸਣਾ ਨਹੀਂ ਜਾਣਦੀ, ਉਹ ਸਦਾਚਾਰੀ, ਉਪਕਾਰੀ, ਗਿਆਨੀ
ਅਤੇ ਸੰਜਮੀ ਤਾਂ ਹੋ ਸਕਦਾ ਹੈ, ਪਰ ਭਗਤ ਨਹੀਂ ਬਣ ਸਕਦਾ। ਅਥਰੂਆਂ ਦੀ ਵਰਖਾ ਨਾਲ ਹੀ ਭਗਤੀ ਦੀ ਖੇਤੀ ਉਗਦੀ, ਫੁੱਲਦੀ ਅਤੇ ਫਲਦੀ ਹੈ। ਪਹਿਲਾਂ ਬੱਦਲ ਜ਼ਰਾ ਜਿੰਨੀ ਠੰਡਕ ਪੈਦਾ ਕਰਦੇ ਹਨ, ਪਰ ਵਰਸਦੇ ਨਹੀਂ। ਇਸ ਤਰ੍ਹਾਂ ਸਥਲ ਪ੍ਰੇਮ ਕੁਝ ਤਾਂ ਕੁਝ ਸ਼ਾਂਤੀ ਦਾ ਅਹਿਸਾਸ ਅਕਸ ਦਿੰਦਾ ਹੈ, ਪਰ ਅੱਖਾਂ ਤੋਂ ਮੋਤੀ ਨਹੀਂ ਵਹਿੰਦੇ। ਘਣੇ ਬੱਦਲਾਂ ਦੀ ਤਰ੍ਹਾਂ ਘਣਾ ਪ੍ਰੇਮ ਹੀ ਵਰਸਦਾ ਹੈ। ਇਸੇ ਵਰਖਾ ਨਾਲ ਪ੍ਰੇਮ ਦੀ ਖੇਤੀ ਹਰੀ ਭਰੀ ਰਹਿੰਦੀ ਹੈ। ਇਸ ਲਈ ਕਹਿੰਦੇ ਹਨ ਕਿ ਨੇਤਰ, ਅੱਖਾਂ ਭਗਤੀ ਦੇ ਦੁਰਲੱਭ ਨੇਤਰ ਹਨ। ਇਹ ਨੇਤਰ ਭਗਤੀ ਦਾ ਸਭ ਕੁਝ ਹੈ। ਭਗਵਾਨ ਤੋਂ ਹੀਰੇ ਅਤੇ ਬ੍ਰਹਿਮੰਡਾਂ ਦੀ ਮਾਲਾਵਾਂ ਨਾਲ ਵੀ ਕੁਛ ਨਹੀਂ ਹੁੰਦੇ, ਪਰ ਉਹ ਲੀਲਾਮਈ ਦੇਵ ਅਥਰੂਆਂ ਦੇ ਆਸ਼ਕ ਹਨ। ਇਹਨਾਂ ਮੋਤੀਆਂ ਦਾ ਹਾਰ ਉਹਨਾਂ ਨੂੰ ਬੜਾ ਪਿਆਰਾ ਹੈ। ਇਸ ਲਈ ਭਗਤ ਅਥਰੂਆਂ ਦੇ ਇੱਕ ਮੋਤੀ ਨੂੰ ਸਵਰਗ ਅਤੇ ਮੁਕਤੀ ਦੇ ਬਦਲੇ ਵੀ ਵੇਚਣਾ ਪਸੰਦ ਨਹੀਂ ਕਰੇਗਾ। ਜਿਸ ਨੂੰ ਇਹਨਾਂ ਮੋਤੀਆਂ ਦੀ ਪਰਖ ਨਹੀਂ, ਉਸ ਦੇ ਲਈ ਭਗਤੀ ਐਸੀ ਹੈ ਜਿਵੇਂ ਮੱਝ ਦੇ ਅੱਗੇ ਬੀਨ ਵਜਾਉਣਾ ਹੀ ਖੂਹ ਕਹਿਆ ਹੈ। ਜੇ ਤੇਰੀ ਅੱਖ ਦੀ ਸਿਪ ਦਾ ਮੋਤੀ ਕਿਤੇ ਪ੍ਰਭੂ ਚਰਨਾਂ 'ਤੇ ਡੁੱਲ ਜਾਵੇ, ਉਹਦੀ ਦਇਆ ਦਾ ਕੁੱਲ ਸਾਗਰ ਤੇਰੇ ਇੱਕ ਕਤਰੇ 'ਤੇ ਤੁਲ ਜਾਵੇ। ਦਾਨ ਭਗਤੀ ਅਤੇ ਵਿਕਾਸ ਵਿੱਚ ਸਹਾਇਤਾ ਦਿੰਦਾ ਹੈ। ਸਾਰੀ ਦੌਲਤ ਭਗਵਾਨ ਦੀ ਹੈ, ਜੋ ਆਪਣੇ ਆਪ ਨੂੰ ਇਸ ਦੌਲਤ ਦਾ ਪ੍ਰਣਿਆਸੀ ਤੇ ਟਰਸਟੀ ਮੰਨ ਕੇ ਇਸ ਦਾ ਪ੍ਰਯੋਗ ਸਭ ਦੇ ਭਲੇ ਲਈ ਕਰਦਾ ਹੈ, ਉਹ ਪਰਮ ਸੁੱਖ ਨਾਲ ਜਿਉਂਦਾ ਹੈ ਅਤੇ ਮੁਕਤੀ ਪਾਉਂਦਾ ਹੈ। ਦਾਨ ਨਾਲ ਚਿੱਤ ਸ਼ੁੱਧ ਹੁੰਦਾ ਹੈ, ਪਾਪ ਧੋ ਹੋ ਜਾਂਦੇ ਹਨ ਅਤੇ ਈਸ਼ਵਰ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ, ਜੋ ਭਗਤੀ ਲਈ ਜ਼ਰੂਰੀ ਹੈ। ਭਗਤੀ ਵਿੱਚ ਰੁਕਾਵਟਾਂ ਅਤੇ ਉਸ ਦੀ ਰੱਖਿਆ ਦਾ ਉਪਾਅ। ਭਗਤਾਂ ਨੇ ਭਗਤੀ ਨੂੰ ਸੁਲਭ ਅਤੇ ਦੁਰਲੱਭ ਕਿਹਾ ਹੈ। ਸੁਲਭ ਇਸ ਲਈ ਕਿ ਇਸ ਵਿੱਚ ਕਿਸੇ ਵਿਸ਼ੇਸ਼ ਸਾਧਨ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਤਰ੍ਹਾਂ ਅਨੁਕੂਲ ਭੂਮੀ, ਪਾਣੀ, ਹਵਾ ਅਤੇ ਪ੍ਰਕਾਸ਼ ਪਾ ਕੇ ਪੈਦਾ ਆਪ ਹੀ ਵੱਧਦਾ ਪੌਦਾ ਆਪ ਹੀ ਵੱਧਦਾ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਭਗਤੀ ਬੈਰਾਗ, ਅਭਿਆਸ, ਨਿਰਭਰਤਾ, ਆਸਾ, ਪਵਿੱਤਰਤਾ ਅਤੇ ਕੋਮਲਤਾ ਆਦਿ ਗੁਣਾਂ ਵਾਲੇ ਭੂਮੀ 'ਤੇ ਜਨਮ ਲੈ ਕੇ ਭਗਤਾਂ ਦੇ ਸੰਗ ਰੂਪੀ ਪਾਣੀ, ਪ੍ਰੇਮ ਦੀ ਹਵਾ ਅਤੇ ਸੁੰਦਰਤਾ ਅਤੇ ਮੰਗਲ ਭਲਾਈ ਦੇ ਪ੍ਰਕਾਸ਼ ਨਾਲ ਆਪਣੇ ਆਪ ਹੀ ਵੱਧਦੀ ਜਾਂਦੀ ਹੈ। ਇਸ ਲਈ ਭਗਤੀ ਭੋਲੇ ਭਾਲੇ ਦੇ ਭਾਗਾਂ ਵਿੱਚ ਵੀ ਆ ਸਕਦੀ ਹੈ, ਕਿਉਂਕਿ ਭਗਤੀ ਜਿਹੜੀ ਦਿਮਾਗ, ਅਕਲ ਜਾਂ ਤਾਕਤ ਨਾਲ ਸੰਬੰਧ ਨਹੀਂ ਰੱਖਦੀ। ਭਗਤੀ ਲਈ ਤਾਂ ਚਾਹੀਦਾ ਹੈ ਕਿ ਪ੍ਰੇਮ ਭਰਿਆ ਕੋਮਲ ਦਿਲ। ਭਗਤੀ ਨੂੰ ਦੁਰਲੱਭ ਇਸ ਲਈ ਕਿਹਾ ਹੈ ਕਿ ਇਸ ਦੀ ਸੂਖਮਤਾ, ਨਜ਼ਾਕਤ ਦੀ ਕੋਈ ਸੀਮਾ ਨਹੀਂ। ਜਿਸ ਤਰ੍ਹਾਂ ਫੁੱਲ ਜਰਾ ਜਿੰਨੀ ਤਪਸ਼ ਨੂੰ ਸਹਾਰ ਨਹੀਂ ਸਕਦਾ, ਇਸੇ ਤਰ੍ਹਾਂ ਜਰਾ ਜਿੰਨੀ ਬਦ ਪਰਹੇਜੀ, ਕੁਪੱਥ ਅਤੇ ਲਾਪਰਵਾਹੀ ਬਦ ਇਖਤਿਆਤੀ ਭਗਤ ਦਾ ਸਰਵਨਾਸ਼ ਕਰ ਦਿੰਦੀ ਹੈ। ਪ੍ਰੇਮ ਅਤੇ ਸੁੰਦਰਤਾ ਦੇ ਰਸ ਵਿੱਚ ਮਗਨ ਅਤੇ ਮਸਤ ਬੈਠੇ ਹੋਏ ਦਿਲ ਵਿੱਚ ਜਰਾ ਜਿੰਨੀ ਵੀ ਘਿਰਣਾ, ਈਰਖਾ, ਲੋਭ ਜਾਂ ਹੰਕਾਰ ਦਾ ਖਿਆਲ ਆਉਂਦੇ ਕਿ ਸਾਲਾਂ ਦੀ ਭਗਤੀ ਨਸ਼ਟ ਹੋ ਜਾਂਦੀ ਹੈ। ਭਗਤੀ ਇੱਕ ਕੋਮਲ ਸ਼ੀਸ਼ਾ ਹੈ ਜੋ ਜਰਾ ਜਿੰਨੀ ਸੱਟ ਨਾਲ ਹੀ ਚਕਨਾਚੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਦਹੀਂ ਦੀ ਜਰਾ ਜਿੰਨੀ ਛਿੱਟ ਦੁੱਧ ਨੂੰ ਦੁੱਧ ਨਹੀਂ ਰਹਿਣ ਦਿੰਦੀ, ਉਸੇ ਤਰ੍ਹਾਂ ਮਨ ਦਾ ਜਰਾ ਜਿੰਨਾ ਬੁਕਾਰ ਭਗਤੀ ਦੇ ਸੋਨੇ ਨੂੰ ਸ਼ੀਤਲ ਕਰ ਦਿੰਦਾ ਹੈ। ਪ੍ਰੇਮ ਵਿੱਚ ਇੱਕ ਛਿਣ ਦੇ ਲਈ ਵੀ ਕਿਸੇ ਹੋਰ ਦਾ ਦਿਲ ਵਿੱਚ ਖਿਆਲ ਲਿਆਉਣਾ ਪ੍ਰੇਮ ਦੀ ਮਾਤਮੀ ਘੰਟੀ ਹੈ। ਜਿਵੇਂ ਮੌਤ ਹੁੰਦੀ ਨਾ, ਭੋਗ ਹੁੰਦਾ, ਇਸ ਲਈ ਭਗਤੀ ਤੋਂ ਵਰ ਕੇ ਕੋਈ ਚੀਜ਼ ਸੂਖਮ ਨੇ
ਇਸ ਲਈ ਇਹਦੀ ਰੱਖਿਆ ਦੇ ਲਈ ਬੜੀ ਸਾਵਧਾਨੀ ਦੀ ਲੋੜ ਹੈ। ਮਨ ਤੇ ਭਗਤੀ ਦਾ ਜੀ ਰੰਗ ਨਹੀਂ ਚੜ੍ਹਦਾ। ਜਦੋਂ ਤੱਕ ਭਗਤੀ ਦੇ ਮਾਰਗ ਵਿੱਚ ਜੋ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਕੇ ਇਸ ਦੀ ਰੱਖਿਆ ਨਾ ਕੀਤੀ ਜਾਵੇ। ਉਹ ਆਪਾਂ ਅਗਲੇ ਪ੍ਰਸੰਗ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।